ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਲੰਧਰ ਲੋਕ ਸਭਾ ਹਲਕੇ ਦੀ ਜਿਹੜੀ ਜਿਮਨੀ ਚੋਣ ਹੈ ਉਹਦੇ ਰਿਲੇਟਡ ਅੱਜ ਆਪਾਂ ਇੱਥੇ ਬਰੀਫਿੰਗ ਲਈ ਇਕੱਠੇ ਹੋਏ ਹਾਂ। ਸੋ ਲਾਸਟ ਡੇ ਆਫ ਨੋਮੀਨੇਸ਼ਨ ਜਿਹੜੀ ਹੈ ਉਹ 20/4/2023 ਤੱਕ ਲਾਸਟ ਡੇ ਆਫ ਨੋਮੀਨੇਸ਼ਨ ਅਸੀਂ ਐਕਸੈਪਟ ਕਰਾਂਗੇ। ਉਸ ਵੱਲੋਂ ਡਿਸਾਈਡ ਕੀਤਾ ਗਿਆ ਹੈ ਪੋਲ ਜਿਹੜੀ ਹੈ ਆਪਣੀ 10 ਮਈ 2023 ਨੂੰ ਹੋਊਗੀ ਅਤੇ ਬੜੇ ਹੀ ਸ਼ਾਰਟ ਟਾਈਮ ਤੋਂ ਬਾਅਦ ਨਾਲ ਹੀ 13 ਤਰੀਕ ਨੂੰ ਸਾਡੀ ਜਿਹੜੀ ਹੈ ਕਾਊਂਟਿੰਗ ਦਾ ਪ੍ਰੋਸੀਜਰ ਜਿਹੜਾ ਹੈ ਉਹ ਕਾਊਂਟਿੰਗ ਹੋਊਗੀ। ਜ਼ਿਲ੍ਹੇ ਦੀ ਇੱਕ ਬਰੀਫ ਪ੍ਰੋਫਾਈਲ ਮੈਂ ਤੁਹਾਨੂੰ ਦੇ ਦਿੰਦਾ ਕਿ ਕਿੰਨੇ ਸਾਡੇ ਕੋਲ ਪੋਲਿੰਗ ਸਟੇਸ਼ਨਸ ਨੇ ਅਤੇ ਬਾਕੀ ਸਾਰੀ ਇਨਫੋਰਮੇਸ਼ਨ। ਸਾਡੇ ਕੋਲ 1972 ਜਿਹੜੇ ਪੋਲਿੰਗ ਸਟੇਸ਼ਨ ਐਗਜ਼ਿਸਟ ਕਰਦੇ ਨੇ ਜੀ। ਟੋਟਲ ਸਾਡੀਆਂ 1164 ਪੋਲਿੰਗ ਸਟੇਸ਼ਨ ਲੋਕੇਸ਼ਨਸ ਦੇ ਉੱਤੇ ਇਹ ਪੋਲਿੰਗ ਸਟੇਸ਼ਨਸ ਹੈਗੇ ਆ। ਪ੍ਰੀਡੋਮੀਨੈਂਟਲੀ ਜਿਹੜੇ ਹੈ ਇਹਨਾਂ ਚੋਂ ਰੂਰਲ ਪੋਲਿੰਗ ਸਟੇਸ਼ਨ ਜ਼ਿਆਦਾ ਨੇ। 1234 ਪੋਲਿੰਗ ਸਟੇਸ਼ਨ ਰੂਰਲ ਏਰੀਆਜ਼ ਦੇ ਵਿੱਚ ਪੈਂਦੇ ਆ ਅਤੇ 738 ਜਿਹੜੇ 738 ਸਾਡੇ ਅਰਬਨ ਪੋਲਿੰਗ ਸਟੇਸ਼ਨ ਦੇ ਵਿੱਚ ਪੈਂਦੇ ਆ। ਜਲੰਧਰ ਫॉर योर ਇਨਫੋਰਮੇਸ਼ਨ ਇਜ਼ ਦ ਓਨਲੀ ਡਿਸਟ੍ਰਿਕਟ ਇਨ ਪੰਜਾਬ ਜਿਹੜਾ ਲਾਰਜਲੀ ਸਿੰਗਲ ਪਾਰਲੀਮੈਂਟਰੀ ਕੰਸਟੀਟੂਐਂਸੀ ਜਿਹੜੀ ਹੈ ਉਹ ਸਾਡੀ ਡਿਸਟ੍ਰਿਕਟ ਬਾਉਂਡਰੀਜ਼ ਦੇ ਨਾਲ ਕੰਟੀਗੂਅਸ ਹੈ। ਸੋ ਦੈਟ ਵੇ ਦੇਰ ਇਜ਼ ਨੋ ਓਵਰਲੈਪਿੰਗ ਆਫ ਐਨੀ ਅਦਰ ਡਿਸਟ੍ਰਿਕਟ। ਪੁਲਿਸ ਦੇ ਐਂਗਲ ਤੋਂ ਸਾਡੀਆਂ ਜਿਹੜੀਆਂ 9 ਕੰਸਟੀਟੂਐਂਸੀਜ਼ ਅਸੈਂਬਲੀ ਕੰਸਟੀਟੂਐਂਸੀਜ਼ ਹੈਗੀਆਂ ਨੇ। 9 ਅਸੈਂਬਲੀ ਕੰਸਟੀਟੂਐਂਸੀਜ਼ ਚੋਂ 5 ਜਿਹੜੀਆਂ ਨੇ ਉਹ ਪ੍ਰੀਡੋਮੀਨੈਂਟਲੀ ਰੂਰਲ ਏਰੀਆਜ਼ ਦੇ ਵਿੱਚ ਪੈਂਦੀਆਂ ਨੇ, SSP ਰੂਰਲ ਕੋਡ ਨੇ। 4 ਜਿਹੜੀਆਂ ਨੇ ਉਹ ਕਮਿਸ਼ਨਰੇਟ ਏਰੀਆਜ਼ ਦੇ ਵਿੱਚ ਪੈਂਦੀਆਂ ਨੇ। ਪ੍ਰੋਜੈਕਟਡ ਪਾਪੂਲੇਸ਼ਨ ਦੇ ਬੇਸਿਸ ਦੇ ਉੱਤੇ ਅਸੀਂ ਜਿਹੜੇ ਇਲੈਕਟਰ ਐਜ਼ ਔਨ ਡੇਟ ਸਾਡੇ ਕੋਲ 16,18,512 16,18,512 ਵੋਟਰਸ ਸਾਡੇ ਕੋਲ ਐਜ਼ ਔਨ ਡੇਟ ਐਗਜ਼ਿਸਟ ਕਰਦੇ ਨੇ। ਅਤੇ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਮੈਂ ਵੋਟਰਸ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਲਾਸਟ ਡੇ ਆਫ ਜਿਹੜੀ ਨੋਮੀਨੇਸ਼ਨ ਹੁੰਦੀ ਹੈ ਉਦੋਂ ਤੱਕ ਤੁਸੀਂ ਆਪਣੀ ਵੋਟ ਬਣਵਾ ਸਕਦੇ ਹੋ। ਸੋ 20/4/2023 ਤੱਕ ਜਿਨ੍ਹਾਂ ਦਾ ਵੀ ਸਾਡੇ ਕੋਲ ਫਾਰਮ ਰਿਸੀਵ ਹੋਊਗਾ, ਫਾਰਮ ਨੰਬਰ 6 ਆਊਗਾ ਕਿ ਤੁਸੀਂ ਆਪਣੀ ਵੋਟ ਬਣਾਉਣਾ ਚਾਹੁੰਦੇ ਹੋ, ਉਹਨਾਂ ਦੀ ਜਿਹੜਾ ਹੈ ਸਪਲੀਮੈਂਟ ਲੱਗ ਕੇ, ਕਿਉਂਕਿ ਸਾਡੀ ਲੇਟੈਸਟ ਹੀ ਹੁਣੇ ਸਮਰੀ ਰਿਵੀਜ਼ਨ ਜਿਹੜੀ ਹੈ ਉਹ ਕੰਪਲੀਟ ਹੋਈ ਸੀ। ਤੁਹਾਨੂੰ ਪਤਾ ਹੈ ਕਿ ਕਮਿਸ਼ਨ ਵੱਲੋਂ 4 ਡੇਟਸ ਜਿਹੜੀਆਂ ਨੇ ਹੁਣ ਉਹ ਇਨਕਲੂਡ ਕੀਤੀਆਂ ਗਈਆਂ ਨੇ ਕਿ 4 ਐਲੀਜੀਬਿਲਿਟੀ ਡੇਟਸ ਹੈ। ਪਹਿਲਾਂ ਉਹ 1 ਜਨਵਰੀ ਹੁੰਦੀ ਸੀਗੀ, ਹੁਣ 1 ਅਪ੍ਰੈਲ ਨੈਕਸਟ ਐਲੀਜੀਬਿਲਿਟੀ ਡੇਟ ਆ ਰਹੀ ਹੈ। 1 ਅਪ੍ਰੈਲ ਨੂੰ ਜਿਹੜੇ ਬੱਚੇ ਐਲੀਜੀਬਲ ਹੋਣਗੇ 18 ਸਾਲ ਤੋਂ ਉੱਤੇ ਹੋਣਗੇ, ਇੱਕ ਤਾਂ ਅਸੀਂ ਉਹਨਾਂ ਨੂੰ ਇਨਕਲੂਡ ਕਰ ਰਹੇ ਹਾਂ। ਪਲੱਸ ਉਸ ਤੋਂ ਇਲਾਵਾ ਵੀ ਜੇ ਕਿਸੇ ਨੇ ਆਪਣੀ ਵੋਟ ਨਹੀਂ ਬਣਾਈ ਤਾਂ ਲਾਸਟ ਡੇ ਆਫ ਜਿਹੜਾ ਨੋਮੀਨੇਸ਼ਨ ਹੈ 20/4/2023 ਤੱਕ ਆਪਣੀ ਵੋਟ ਬਣਾਊਗਾ ਅਤੇ ਉਹਨੂੰ ਅਖਤਿਆਰ ਹੋਊਗਾ ਕਿ ਆਪਣੀ ਜਿਹੜੀ ਜਿਮਨੀ ਚੋਣ ਹੈ ਉਹਦੇ 'ਚ ਪਾਰਟੀਸਪੇਟ ਕਰ ਸਕਦਾ। ਵੋਟਰਸ ਦੀ ਇੱਕ ਬਰੀਫ ਪ੍ਰੋਫਾਈਲ ਮੈਂ ਤੁਹਾਨੂੰ ਦੱਸ ਦਿੰਦਾ। ਲਾਰਜੈਸਟ ਜਿਹੜਾ ਸਾਡਾ ਸੈਗਮੈਂਟ ਹੈ 9 ਸਾਡੇ ਅਸੈਂਬਲੀ ਕੰਸਟੀਟੂਐਂਸੀਜ਼ ਹੈਗੀਆਂ ਨੇ। ਸਭ ਤੋਂ ਵੱਡਾ ਉਹਦੇ 'ਚੋਂ ਨਕੋਦਰ ਜਿਹੜਾ ਸਾਡਾ ਹਲਕਾ ਸਭ ਤੋਂ ਵੱਡਾ ਹਲਕਾ ਹੈਗਾ, 252 ਉਹਦੇ 'ਚ ਬੂਥ ਪੈਂਦੇ ਨੇ। ਲਾਰਜੈਸਟ ਹਲਕਾ ਜਿਹਦੇ 'ਚ ਵੋਟਰ ਸਭ ਤੋਂ ਜ਼ਿਆਦਾ ਨੇ ਉਹ ਹੈਗਾ ਫਿਲੌਰ। 30 ਫਿਲੌਰ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਰ ਨੇ, ਤਕਰੀਬਨ 2 ਲੱਖ ਵੋਟਰ ਉੱਥੇ ਹੈ। 1,99,176 ਵੋਟਰ ਸਾਡੇ ਕੋਲ ਉੱਥੇ ਐਗਜ਼ਿਸਟ ਕਰਦਾ। ਸਮੋਲੈਸਟ ਜਿਹੜਾ ਸੈਗਮੈਂਟ ਹੈ ਉਹ ਆਦਮਪੁਰ ਹਲਕਾ ਸਾਡਾ ਹੈਗਾ। 1,64,707 ਵੋਟਰ ਸਾਡੇ ਕੋਲ ਇੱਥੇ ਨੇ। ਕਿਉਂਕਿ ਜਲੰਧਰ ਦੇ ਵਿੱਚ ਸਰਵਿਸ ਵੋਟਰਸ ਵੀ ਬਹੁਤ ਨੇ, ਡਿਫੈਂਸ ਪਰਸਨ 1852 ਸਾਡੇ ਕੋਲ ਸਰਵਿਸ ਵੋਟਰ ਜਿਹੜੇ ਨੇ ਜ਼ਿਲ੍ਹੇ ਦੇ ਸਾਡੇ ਕੋਲ ਰਜਿਸਟਰਡ ਨੇ। ਸਰਵਿਸ ਵੋਟਰਸ ਨੂੰ ਬੇਸਿਕਲੀ ਪੋਸਟਲ ਬੈਲਟ ਦੀ ਜਿਹੜੀ ਫੈਸਿਲਿਟੀ ਹੈ ETPBS ਇਲੈਕਟ੍ਰੋਨਿਕਲੀ ਟਰਾਂਸਫਰਡ ਪੋਸਟਲ ਬੈਲਟ ਸਿਸਟਮ, ਉਹਦੇ ਥਰੂ ਅਸੀਂ ਵੋਟਸ ਪਾਉਣ ਦਾ ਅਖਤਿਆਰ ਉਹਨਾਂ ਨੂੰ ਪ੍ਰੋਵਾਈਡ ਹੁੰਦਾ। NRIs ਜਿਹੜੇ ਵੋਟਰਸ ਨੇ 73 ਸਾਡੇ ਕੋਲ ਵੋਟਰ ਜਿਹੜੇ ਨੇ ਐਜ਼ NRI ਹੋ ਕੇ ਰਜਿਸਟਰ ਹੋਏ ਨੇ। ਕਮਿਸ਼ਨ ਦਾ ਬਹੁਤ ਜ਼ਿਆਦਾ ਜਿਹੜਾ ਹੈ ਫੋਕਸ ਰਹਿੰਦਾ ਹੈ ਕਿ ਖਾਸ ਤੌਰ ਦੇ ਉੱਤੇ ਜਿਹੜੇ ਦਿਵਿਆਂਗਜਨ ਨੇ ਜਾਂ ਪਰਸਨ ਵਿਦ ਡਿਸੇਬਿਲਿਟੀ ਹੈਗੇ ਆ ਉਹਨਾਂ ਨੂੰ ਵੋਟ ਪਾਉਣ ਦਾ ਅਖਤਿਆਰ ਉਹਨਾਂ ਨੂੰ ਬੜਾ ਈਜ਼ੀ ਕਰਨਾ। ਸੋ ਅਸੀਂ ਪ੍ਰੋਪਰ ਜਿਹੜੀਆਂ ਸਾਡੀਆਂ ਟੀਮ ਸੀਗੀਆਂ BLOs 1972 ਜਿਹੜੇ ਸਾਡੇ ਬੂਥ ਹੈ ਉਹਨਾਂ ਦੇ ਥਰੂ ਅਸੀਂ ਇਹਨਾਂ ਦੀ ਮੈਪਿੰਗ ਕਰਵਾਈ ਅਤੇ ਐਜ਼ ਔਨ ਡੇਟ ਸਾਡੇ ਕੋਲ 10,526 PWDs ਜਿਹੜੇ ਨੇ ਐਜ਼ ਅ ਵੋਟਰਸ ਸਾਡੇ ਕੋਲ ਰਜਿਸਟਰ ਹੋਏ ਨੇ। ਇਨਫੈਕਟ ਬੜਾ ਇੰਟਰਸਟਿੰਗ ਹੈ ਕਿ ਸਾਡੇ ਕੋਲ 80+ ਜਿਹੜੇ ਵੋਟਰਸ ਨੇ ਜਿਨ੍ਹਾਂ ਦੀ ਉਮਰ 80 ਸਾਲ ਦੀ ਹੋ ਚੁੱਕੀ ਹੈ, ਉਹਨਾਂ ਨੂੰ ਇੱਕ ਸਪੈਸ਼ਲ ਫੈਸਿਲਿਟੀ ਕਮਿਸ਼ਨ ਵੱਲੋਂ ਦਿੱਤੀ ਜਾਂਦੀ ਹੈ ਕਿ ਐਜ਼ ਅ ਪੋਸਟਲ ਬੈਲਟ ਆਪਣਾ ਵੋਟ ਜਿਹੜਾ ਉਹ ਕਾਸਟ ਕਰ ਸਕਦੇ ਆ। 32,668 ਸਾਡੇ ਕੋਲ ਇੱਦਾਂ ਦੇ ਵੋਟਰਸ ਨੇ ਜਿਹੜੇ 80+ ਨੇ ਅਤੇ 100+ ਜਿਹੜੇ ਨੇ 100 ਸਾਲ ਤੋਂ ਉੱਤੇ ਜਿਨ੍ਹਾਂ ਦੀ ਉਮਰ ਹੋ ਚੁੱਕੀ ਹੈ 444 ਵੋਟਰ 444 ਵੋਟਰ ਸਾਡੇ ਕੋਲ ਇੱਦਾਂ ਨੇ ਜਿਹੜੇ 100 ਸਾਲ ਤੋਂ ਉੱਤੇ ਉਮਰ ਦੇ ਸਾਡੇ ਕੋਲ ਹੋਏ ਨੇ। ਸੋ ਦੇ ਆਰ ਬੇਸਿਕਲੀ ਸਵੀਪ ਆਈਕਨਸ ਆਲਸੋ ਇੰਨੀ ਉਮਰ ਦੇ ਵਿੱਚ ਅਤੇ ਬੜੇ ਐਕਟਿਵਲੀ ਆ ਕੇ ਉਹ ਵੋਟ ਪਾਉਂਦੇ ਨੇ। 18 ਤੋਂ 19 ਸਾਲ ਦੇ ਵੋਟਰਸ ਦੇ ਉੱਤੇ ਸਾਡਾ ਬਹੁਤ ਜ਼ਿਆਦਾ ਫੋਕਸ ਰਹਿੰਦਾ ਬਿਕੋਜ਼ ਦੇ ਆਰ ਦਾ ਵਨ। ਤੁਹਾਨੂੰ ਪਤਾ ਹੈ ਕਿ ਇੰਡੀਆ ਇੱਕ ਇੱਦਾਂ ਦਾ ਮੁਲਕ ਹੈ ਜਿਹੜਾ ਡੈਮੋਗ੍ਰਾਫਿਕ ਡਿਵੀਡੈਂਡ ਨੰਬਰ ਆਫ
ਪਰਸਨਸ ਜਿਹੜੇ ਨੇ ਬਿਲੋ 35 ਈਅਰ ਬਹੁਤ ਜ਼ਿਆਦਾ ਨੇ। ਆਈ ਥਿੰਕ ਵੀ ਆਰ ਦ ਲਾਰਜੈਸਟ ਇਨ ਦੈਟ ਨੰਬਰ। ਜਲੰਧਰ ਦੇ ਵਿੱਚ 18 ਤੋਂ 19 ਸਾਲ ਦੇ ਜਿਹੜੇ ਨਵੇਂ ਵੋਟਰਸ ਬਣ ਰਹੇ ਨੇ 23,649 ਜਿਹੜੇ ਇੱਦਾਂ ਦੇ ਵੋਟਰਸ ਹੈ ਜਿਹੜੇ ਕਿ ਹੁਣ ਸਾਡੇ ਕੋਲ 18 ਤੋਂ ਲੈ ਕੇ 19 ਸਾਲ ਦੀ ਉਮਰ ਦੇ ਵਿੱਚ ਉਹ ਰਜਿਸਟਰ ਹੋਏ ਨੇ। ਪਲੱਸ ਬਹੁਤ ਜ਼ਿਆਦਾ ਫੋਕਸ ਜਿਹੜਾ ਸਾਡਾ ਰਹੂਗਾ ਉਹ ਰਹੂਗਾ ਕਿ ਇੱਕ ਤਾਂ ਲਾਅ ਐਂਡ ਆਰਡਰ ਦੇ ਪੱਖੋਂ ਸੀਪੀ ਸਾਹਿਬ ਹੈਗੇ ਨੇ, ਐਸਐਸਪੀ ਰੂਰਲ ਰਿਪਰੈਜ਼ੈਂਟੇਟਿਵ ਹੀ ਹੈ ਕਿ ਲਾਅ ਐਂਡ ਆਰਡਰ ਦੇ ਪੱਖੋਂ ਜਿੰਨੀਆਂ ਵੀ ਸਾਡੀਆਂ ਹਦਾਇਤਾਂ ਕਮਿਸ਼ਨ ਵੱਲੋਂ ਆਈਆਂ ਹੋਈਆਂ ਨੇ ਉਹਨੂੰ ਅਸੀਂ ਪਰਪੱਕ ਰੂਪ ਦੇ ਵਿੱਚ ਉਹਨੂੰ ਅਸੀਂ ਇੰਪਲੀਮੈਂਟ ਕਰੀਏ। ਜਿਹਦੇ 'ਚ ਤੁਸੀਂ ਦੇਖਿਆ ਹੋਊਗਾ ਕਿ ਕੋਡ ਲੱਗਦੇ ਸਾਰ ਹੀ 144 ਦੇ ਅਸੀਂ ਆਰਡਰ ਕਰਤੇ ਸੀਗੇ ਆਰਮਜ਼ ਐਂਡ ਐਮੂਨੀਸ਼ਨ ਜਿਹੜੀ ਹੈ ਉਹਨੂੰ ਡਿਪੋਜ਼ਿਟ ਕੀਤਾ ਜਾਊਗਾ ਜਿੰਨੀ ਵੀ ਹੈਗੀ ਹੈ। ਅੰਟਿਲ ਅਨਲੈਸ ਸਾਨੂੰ ਇੱਕ ਅਸੀਂ ਰਿਵਿਊ ਬੋਰਡ ਬਣਾਇਆ ਜਿਸ 'ਚ ਕਮਿਸ਼ਨਰੇਟ ਪੁਲਿਸ ਤੋਂ, ਐਸਐਸਪੀ ਰੂਰਲ ਤੋਂ, ਮੇਰੇ ਵੱਲੋਂ ਏਡੀਐਮ ਸਾਹਿਬ, ਏਡੀਸੀ ਜੀ ਜਿਹੜੇ ਨੇ ਹੀ ਇਜ਼ ਦ ਰਿਪਰੈਜ਼ੈਂਟੇਟਿਵ ਫਰੋਮ ਮਾਈ ਸਾਈਡ। ਦਿਸ ਬੋਰਡ ਵਿਲ ਬੇਸਿਕਲੀ ਰਿਵਿਊ ਦ ਪਰਸਨ ਜਿਹੜੇ ਕਹਿੰਦੇ ਨੇ ਕਿ ਸਾਨੂੰ ਐਗਜ਼ੈਂਪਸ਼ਨ ਚਾਹੀਦੀ ਹੈ, ਐਗਜ਼ੈਂਪਸ਼ਨ ਔਨ ਦ ਬੇਸਿਸ ਆਫ ਥ੍ਰੈਟ ਪਰਸੈਪਸ਼ਨਸ। ਅਦਰ ਦੈਨ ਦੈਟ ਜਿੰਨੇ ਵੀ ਸਾਡੇ ਸਿਕਿਉਰਿਟੀ ਏਜੰਸੀਜ਼ ਨੇ ਜਿਹੜੀਆਂ ਕਿ ਬੈਂਕਸ ਦੇ ਵਿੱਚ ਕੈਸ਼ ਜਾਂ ਏਟੀਐਮ ਕੈਸ਼ ਟ੍ਰਾਂਸਫਰ ਕਰਦੀਆਂ ਨੇ ਜਾਂ ਬੈਂਕ ਦੇ ਬਾਹਰ ਜਿਹੜੇ ਗਾਰਡ ਵਗੈਰਾ ਲੱਗੇ ਹੋਏ ਨੇ ਉਹਨਾਂ ਨੂੰ ਅਸੀਂ ਬਲੈਂਕਡ ਐਗਜ਼ੈਂਪਸ਼ਨ ਦੇਣ ਤੋਂ ਬਾਅਦ ਇਹ 144 ਆਰਡਰ ਜਾਰੀ ਕੀਤਾ ਹੈ ਕਿ ਤੁਸੀਂ ਆਪਣੇ ਜਿਹੜੇ ਹਥਿਆਰ ਨੇ ਜੇ ਤੁਹਾਨੂੰ ਐਗਜ਼ੈਂਪਸ਼ਨ ਨਹੀਂ ਦਿੱਤੀ ਗਈ ਤਾਂ ਜਾਂ ਤਾਂ ਥਾਣੇ ਜਾਂ ਜਿੰਨੇ ਵੀ ਸਾਡੇ ਲਾਇਸੈਂਸ ਗਨ ਡੀਲਰ ਨੇ ਉਹਨਾਂ ਕੋਲ ਤੁਸੀਂ ਡਿਪੋਜ਼ਿਟ ਕਰਨਾ ਹੈਗਾ ਜੀ। ਅਤੇ ਸਾਡਾ ਮੇਨ ਫੋਕਸ ਜਿਹੜਾ ਹੈ ਉਹ ਰਹੂਗਾ ਕਿ ਇੱਕ ਤਾਂ ਬੜੀ ਸ਼ਾਂਤਮਈ ਤਰੀਕੇ ਨਾਲ ਵਿਦਾਊਟ ਐਨੀ ਪਾਰਸ਼ੀਐਲਿਟੀ ਇਲੈਕਸ਼ਨ ਕੰਡਕਟ ਹੋਵੇ, ਪਲੱਸ ਜਸਟ ਟੂ ਗਿਵ ਬਿਟ ਆਫ ਜਿਹੜੀ ਬੜੀ ਗ੍ਰੇਸਫੁਲੀ ਇਲੈਕਸ਼ਨ ਹੋਵੇ। ਅਤੇ ਉਸ ਤੋਂ ਇਲਾਵਾ ਅਸੀਂ ਮਾਡਲ ਪੋਲਿੰਗ ਸਟੇਸ਼ਨ ਜਿਹੜੇ ਨੇ 9 ਹਲਕਿਆਂ ਦੇ ਵਿੱਚ 44 ਮਾਡਲ ਪੋਲਿੰਗ ਸਟੇਸ਼ਨ ਅਸੀਂ ਐਸਟੈਬਲਿਸ਼ ਕਰ ਰਹੇ ਹਾਂ, ਕਮਿਸ਼ਨ ਦੀ ਜਿੱਦਾਂ ਹਦਾਇਤਾਂ ਨੇ ਉਹ ਕਰ ਰਹੇ ਹਾਂ। ਪਲੱਸ 9 ਅਸੀਂ ਪੋਲਿੰਗ ਸਟੇਸ਼ਨ, ਇੱਕ ਪੋਲਿੰਗ ਸਟੇਸ਼ਨ ਪਰ ਜਿਹੜਾ ਹਲਕਾ ਉਹ ਕਰ ਰਹੇ ਹਾਂ ਜਿਹਦੇ 'ਚ it will be completely managed by our women polling personnel. They will be there, they will be thoroughly trained in terms of managing the EVM, managing the queue, everything ਉਹਦੀ ਅਸੀਂ ਮੈਨੇਜਮੈਂਟ ਕਰਾਂਗੇ ਉੱਥੇ। ਸੈਕਟਰ ਸੁਪਰਵਾਈਜ਼ਰਸ ਸਾਡੇ ਕੋਲ 184 ਸੈਕਟਰ ਸੁਪਰਵਾਈਜ਼ਰਸ ਨੇ। ਇਹ ਬੇਸਿਕਲੀ ਸੈਕਟਰ ਸੁਪਰਵਾਈਜ਼ਰਸ BLOs ਤੋਂ ਉੱਤੇ ਇੱਕ ਨੇ ਜਿਹੜੇ ਕਿ ਔਨ ਦ ਡੇ ਆਫ ਪੋਲ ਸਾਡੀ ਜਿੰਨੀ ਵੀ ਪੋਲ ਡੇ ਮੋਨੀਟਰਿੰਗ ਹੈ ਉਹਨੂੰ ਆਬਜ਼ਰਵ ਕਰਨਗੇ। ਇਹਨਾਂ ਨੂੰ ਅਸੀਂ ਐਗਜ਼ੈਕਟਿਵ ਮੈਜਿਸਟ੍ਰੇਟ ਦਾ ਵੀ ਇਖਤਿਆਰ ਦੇਵਾਂਗੇ ਕਿ ਇਨ ਕੇਸ ਕੋਈ ਲਾਅ ਐਂਡ ਆਰਡਰ ਨਾਲ ਡੀਲ ਕਰਨਾ ਪੈਂਦਾ ਹੈ ਔਨ ਦ ਡੇ ਆਫ ਪੋਲ ਇਹ ਉਸ ਦਿਨ ਦੇਖਣਗੇ। ਦੈਨ ਇੱਕ ਸਪੈਸ਼ਲ ਅਸੀਂ ਇੱਕ ਬੂਥ ਬਣਾ ਰਹੇ ਹਾਂ ਜਿੱਥੇ ਸਾਡੇ PWD ਪਰਸੋਨਲਸ ਜਿਹੜੇ ਹੋਣਗੇ ਉਹੀ ਮੈਨੇਜ ਕਰਨਗੇ ਉਸ ਬੂਥ ਨੂੰ ਸੋ ਦੈਟ the spirit of inclusivity, spirit of giving empowerment to such people that is also displayed by our officers। ਤੇ ਇਸ ਵਾਰੀ ਜਿਹੜੀ ਇਲੈਕਸ਼ਨ ਦੀ ਐਕਸਪੈਂਸਿਸ ਦੀ ਲਿਮਿਟ ਹੈ ਵੀ ਆਲ ਨੋ ਸੈਕਸ਼ਨ 77 ਦੇ ਵਿੱਚ ਇਨਹਾਂਸ ਹੋਈ ਹੈ ਸਾਡੀ। ਇਟ ਇਜ਼ ਅ ਪਾਰਲੀਮੈਂਟਰੀ ਇਲੈਕਸ਼ਨ ਸੋ 95 ਲੱਖ ਤੱਕ ਦਾ ਜਿਹੜਾ ਖਰਚਾ ਹੈਗਾ ਉਹ ਕਿਸੇ ਵੀ ਕੈਂਡੀਡੇਟ ਵੱਲੋਂ ਕੀਤਾ ਜਾ ਸਕਦਾ। ਦ ਡੇ ਇਲੈਕਸ਼ਨਸ ਆਰ ਅਨਾਊਂਸ ਉਦੋਂ ਤੋਂ ਹੀ ਸਾਡੀਆਂ ਜਿਹੜੀਆਂ FSTs ਹੈਗੀਆਂ ਨੇ ਅਤੇ ਫਾਸਟ ਸਰਵੇਲੈਂਸ ਟੀਮ ਆਰ ਸਟੈਟਿਕ ਸਰਵੇਲੈਂਸ ਟੀਮ ਐਂਡ ਸਾਡੀਆਂ ਵੀਡੀਓ ਵਿਊਇੰਗ ਟੀਮ, ਵੀਡੀਓ ਸਰਵੇਲੈਂਸ ਟੀਮ ਦੇ ਆਰ ਐਕਚੁਅਲੀ ਮੋਬਿਲਾਈਜ਼, ਦੇ ਆਰ ਔਨ ਦ ਗਰਾਊਂਡ। ਉਹ ਇੱਕ ਇੱਕ ਚੀਜ਼ ਦੀ ਜਿਹੜੀ ਨਜ਼ਰ ਹੈ ਉਹ ਰੱਖ ਰਹੀਆਂ ਨੇ। ਅਤੇ ਇਸ ਤੋਂ ਬਾਅਦ ਜਿਹੜਾ ਸਾਡਾ ਸਪੈਸ਼ਲ ਇੱਕ ਜਿਹੜੀ ਐਪ ਕਮਿਸ਼ਨ ਵੱਲੋਂ ਚਲਾਈ ਗਈ ਹੈ ਫॉर ਮਾਡਲ ਕੋਡ ਆਫ ਕੰਡਕਟ ਬੀਇੰਗ ਇਨ ਪਲੇਸ ਵਿਚ ਇਜ਼ ਸੀ ਵਿਜਲ। ਐਨੀ ਯੂਜ਼ਰ ਕੈਨ ਡਾਊਨਲੋਡ ਦੈਟ ਐਪ ਐਂਡ ਕਿਸੇ ਵੀ ਤਰ੍ਹਾਂ ਦੀ ਜੇ ਕੋਡ ਦੀ ਵਾਇਓਲੇਸ਼ਨ ਹੁੰਦੀ ਹੈ ਉਹ ਸਾਡੇ ਕੋਲ ਉੱਥੇ ਪਹੁੰਚ ਸਕਦਾ। ਵਿਦਿਨ 30 ਮਿੰਟ ਵਿਲ ਟਰਾਈ ਕਿ ਵਿਲ ਗਿਵ ਆਰ ਬੈਸਟ ਸ਼ਾਟ ਕਿ ਉਹਨੂੰ ਅਸੀਂ ਰਿਜ਼ੋਲਵ ਕਰੀਏ। ਅਤੇ ਉਸ ਤੋਂ ਬਾਅਦ ਐਕਸਪੈਂਡੀਚਰ ਮੋਨੀਟਰਿੰਗ ਦੇ ਉੱਤੇ ਸਾਡੀ ਬੜੀ ਖਾਸ ਪੈਣੀ ਨਜ਼ਰ ਰਹੂਗੀ ਡਿਸਟ੍ਰਿਕਟ ਲੈਵਲ ਦੇ ਉੱਤੇ ਅਸੀਂ, ਅਤੇ ਪਲੱਸ ਅਸੈਂਬਲੀ ਕੰਸਟੀਟੂਐਂਸੀ ਵਾਈਜ਼ ਅਸੀਂ ਜਿਹੜੇ ਹੈਗੇ ਆ ਇਲੈਕਸ਼ਨ ਐਕਸਪੈਂਡੀਚਰ ਮੋਨੀਟਰਿੰਗ ਸੈਲਸ ਐਕਟੀਵੇਟ ਕੀਤੇ ਹੋਏ ਨੇ ਜਿਹੜੇ ਬੇਸਿਕਲੀ ਦੇਖਦੇ ਨੇ ਕਿ ਪਰ ਕੈਂਡੀਡੇਟ ਜਿਹੜਾ 95 ਲੱਖ ਦੀ ਲਿਮਿਟ ਹੈ ਉਸ ਦੇ ਵਿੱਚ ਹੀ ਜਿਹੜਾ ਪੂਰਾ ਖਰਚਾ ਹੈ ਉਹ ਹੋਵੇ। ਦੈਨ ਅਨਦਰ ਥਿੰਗ ਇਜ਼ ਫॉर ਮੀਡੀਆਜ਼ ਪਰਪਜ਼ ਆਲਸੋ ਵੀ ਹੈਵ MCMC ਵਿਚ ਇਜ਼ ਕਾਲਡ ਮੀਡੀਆ ਜਿਹੜੀ ਸਾਡੀ ਉੱਥੇ ਕੰਟਰੋਲ ਰੂਮ ਇੱਕ ਬਣਿਆ ਹੋਇਆ ਕਿ ਕਿਸੇ ਵੀ ਤਰ੍ਹਾਂ ਦੀ ਐਡਵਰਟੀਜ਼ਮੈਂਟ ਆ ਰਹੀ ਹੈ ਮੀਡੀਆ ਦੇ ਵਿੱਚ, ਕਿਸੇ ਵੀ ਤਰ੍ਹਾਂ ਦੀ ਕੋਈ ਸਪੈਸ਼ਲੀ ਵੈਬ ਚੈਨਲਸ ਬਹੁਤ ਸਾਰੇ ਨੇ ਉਹਨਾਂ ਦੀ ਮੋਨੀਟਰਿੰਗ ਐਂਡ ਅਦਰ ਦੈਨ ਦੈਟ ਤੁਹਾਡੇ ਪ੍ਰਿੰਟ ਮੀਡੀਆ, ਟੈਲੀਵਿਜ਼ਨ ਮੀਡੀਆ ਉੱਥੇ ਜਿੰਨੀ ਐਡਵਰਟੀਜ਼ਮੈਂਟ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਪ੍ਰਚਾਰ ਹੋ ਰਿਹਾ ਦੈਟ ਵਿਲ ਆਲਸੋ ਬੀ ਮੋਨੀਟਰਿੰਗ। ਆਈ ਟੈਲ ਯੂ ਕਿ ਸਾਡਾ ਬਹੁਤ ਜ਼ਿਆਦਾ ਫੋਕਸ ਜਿਹੜਾ ਹੈ ਉਹ ਇਹ ਹੋਊਗਾ ਕਿ ਬਿਨਾਂ ਕਿਸੇ ਡਰ ਤੋਂ ਕਿਸੇ ਵੀ ਸੈਕਸ਼ਨ ਆਫ ਵੋਟਰਸ ਚਾਹੇ ਉਹ ਕਿਸੇ ਵੀ ਡੈਮੋਗ੍ਰਾਫੀ ਦੇ ਹੋਣ ਅਤੇ ਪਲੱਸ ਬਿਨਾਂ ਕਿਸੇ ਡਰ ਭੈ ਤੋਂ ਉਹਨਾਂ ਨੂੰ ਅਸੀਂ ਇਲੈਕਸ਼ਨ ਕੰਡਕਟ ਕਰਵਾਈਏ। ਸੋ ਵਨਰੇਬਿਲਟੀ ਮੈਪਿੰਗ ਦੀ ਜਿਹੜਾ ਪ੍ਰੋਸੀਜਰ ਹੈ ਦੈਟ ਵੀ ਹੈਵ ਆਲਸੋ ਸਟਾਰਟਡ। ਅਸੀਂ ਪੁਲਿਸ ਤੋਂ ਅਤੇ ਪਲੱਸ ਆਪਣੇ ਜਿਹੜੇ AROs ਨਵੇਂ ਜੁਆਇਨ ਕੀਤੇ ਨੇ ਉਹਨਾਂ ਤੋਂ ਅਸੀਂ ਥ੍ਰੈਟ ਪਰਸੈਪਸ਼ਨ ਇਨ ਟਰਮਸ ਆਫ ਕਿ ਕਿਤੇ ਉੱਥੇ ਪੁਰਾਣੀ ਵਾਇਲੈਂਸ ਨਹੀਂ ਹੋਈ ਸੀ ਜਾਂ ਕੋਈ ਹੋਰ ਇੱਦਾਂ ਦਾ ਉੱਥੇ ਓਫੈਂਡਰ ਰਹਿੰਦਾ ਜਿਹਨੇ ਕੋਈ ਵਾਇਲੈਂਸ ਦੇ ਵਿੱਚ ਜਾਂ ਕਿਸੇ ਤਰ੍ਹਾਂ ਇੰਟੀਮੀਡੇਟ ਕਰ ਸਕਦਾ ਵੋਟਰ ਨੂੰ, ਡਰਾ ਸਕਦਾ ਹੈ
ਉਹਦੀ ਅਸੀਂ ਪ੍ਰੋਪਰ ਇੱਕ ਜਾਣਕਾਰੀ ਜਿਹੜੀ ਹੈ ਕੰਬਾਈਨ ਕਰਕੇ ਉਹਨਾਂ ਨੂੰ ਵਨਰੇਬਲ ਡਿਕਲੇਅਰ ਕਰਾਂਗੇ ਪੋਲਿੰਗ ਬੂਥਸ ਨੂੰ। ਦੈਨ ਸਪੈਸ਼ਲ ਫੋਕਸ ਇਜ਼ ਔਨ ਆਲ ਕਾਈਂਡ ਆਫ ਬੈਨ ਔਨ ਇਲਸਿਟ ਲਿਕਰ। ਉਸ ਦੇ ਉੱਤੇ ਸਾਡੀਆਂ ਅੱਜ ਐਕਸਾਈਜ਼ ਡਿਪਾਰਟਮੈਂਟ ਨਾਲ ਵੀ ਜਿਹੜੀ ਹੈਗੀ ਹੈ ਸਾਡੀ ਮੀਟਿੰਗ ਹੋਈ ਸੀ। ਪੁਲਿਸ ਆਫੀਸ਼ੀਅਲਸ ਵਰ ਆਲਸੋ ਪ੍ਰੈਜ਼ੈਂਟ ਦੇयर। ਉਹਦੇ ਵਿੱਚ ਬੜਾ ਫੋਕਸਡ ਹੈ ਕਿ ਇਲਸਿਟ ਲਿਕਰ ਦੇ ਬਿਲਕੁਲ ਵੀ ਸੇਲ ਬਰਦਾਸ਼ਤ ਨਹੀਂ ਕੀਤੀ ਜਾਊਗੀ। ਐਂਡ ਪੁਲਿਸ ਵੱਲੋਂ ਸਪੈਸ਼ਲੀ ਜਿਹੜੇ ਹੈਗੇ ਅਰੇਂਜਮੈਂਟ ਕੀਤੇ ਜਾ ਰਹੇ ਹੈ ਕਿ ਜਿੱਥੇ ਸਾਡੇ ਇੰਟਰ ਡਿਸਟ੍ਰਿਕਟ ਨਾਕਾਜ਼ ਹੈ ਉਹਨੂੰ ਅਸੀਂ ਆਗਮੈਂਟ ਕਰ ਰਹੇ ਹਾਂ ਇੰਟਰ ਡਿਸਟ੍ਰਿਕਟ ਨਾਕਾਜ਼ ਨੂੰ, ਪਲੱਸ ਪੁਲਿਸ ਪ੍ਰੈਜ਼ੈਂਸ ਔਨ ਦ ਗਰਾਊਂਡ ਆਲਸੋ ਵਿਲ ਆਲਸੋ ਬੀ ਇਨਕਰੀਜ਼ਡ। As and when we receive paramilitary force, they same would also be deployed for law and order situation as well as for other monitoring। ਤੇ ਸਪੈਸ਼ਲ ਅਸੀਂ 27 ਗੱਡੀਆਂ ਇੱਦਾਂ ਦੀਆਂ ਚਲਾ ਰਹੇ ਹਾਂ ਜਿਹੜੇ ਕਿ PTZ ਕੈਮਰਾਜ਼ ਜਿਨ੍ਹਾਂ ਕੋਲ ਹੋਣਗੇ। ਦ ਕੈਮਰਾਜ਼ ਵਿਲ ਬੀ ਹੈਵਿੰਗ ਅ 360 ਡਿਗਰੀ ਵਿਊ। ਉਹ ਗੱਡੀਆਂ ਜਿਹੜੀਆਂ ਨੇ ਮੋਬਾਈਲ ਹੋਣਗੀਆਂ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਅ ਐਂਡ ਆਰਡਰ ਜਾਂ ਹੋਰ ਐਕਟੀਵਿਟੀ ਹੁੰਦੀ ਹੈ ਸਾਨੂੰ ਉਹਦੇ ਬਾਰੇ ਜਿਹੜਾ ਹੈ ਪਤਾ ਲੱਗਦਾ ਰਹੇ। ਤੇ ਵੀ ਆਲ ਨੋ ਕਿ ਜਿੰਨੀ ਵੀ ਸਾਡੀ ਪੋਲਿੰਗ ਹੋਊਗੀ ਉਹ EVMs ਦੇ ਥਰੂ ਹੀ ਹੋਊਗੀ। EVMs ਦੇ ਉੱਤੇ ਟ੍ਰੇਨਿੰਗ ਲਈ ਸਪੈਸ਼ਲੀ ਸਾਡੇ ਸਵੀਪ ਦੀ ਜਿਹੜੀ ਹੈਗੀ ਹੈ ਸਿਸਟਮੈਟਿਕ ਵੋਟਰ ਐਜੂਕੇਸ਼ਨ ਪ੍ਰੋਗਰਾਮ ਦੇ ਤਹਿਤ ਅਸੀਂ ਬੇਸਿਕਲੀ ਇੱਕ ਟ੍ਰੇਨਿੰਗਸ ਜਿਹੜੀਆਂ ਨੇ ਵੋਟਰਸ ਲਈ ਕਰਵਾਉਣ ਜਾ ਰਹੇ ਹਾਂ, ਜਿੱਥੇ ਕਿ EVM ਮਸ਼ੀਨ ਪਈ ਹੋਊਗੀ, ਡਮੀ EVM ਮਸ਼ੀਨ ਹੋਊਗੀ, ਸੋ ਦੈਟ ਸਪੈਸ਼ਲੀ ਯੰਗ ਵੋਟਰ ਸ਼ੁੱਡ ਨੋ ਕਿ ਹਾਊ ਟੂ ਗੋ ਐਂਡ ਕਾਸਟ ਯੋਰ ਵੋਟ। ਉਹਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ। ਤੇ ਟ੍ਰੇਨਿੰਗ ਪਰਸੋਨਲ ਦੀ ਜਿਹੜੀ ਟ੍ਰੇਨਿੰਗ ਹੈ ਦੈਟ ਵਿਲ ਆਲਸੋ ਸਟਾਰਟ ਸੂਨ ਉਹਦੇ 'ਤੇ ਹੋਊਗੀ। ਅਤੇ ਕਮਿਸ਼ਨ ਵੱਲੋਂ ਜਿਹੜੇ 12 ਤਰ੍ਹਾਂ ਦੇ ਡਾਕੂਮੈਂਟਸ ਹੈ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਹੈ। 12 ਤਰ੍ਹਾਂ ਦੇ ਆਈਡੈਂਟੀਫਿਕੇਸ਼ਨ ਡਾਕੂਮੈਂਟਸ ਕਿ ਤੁਸੀਂ ਉਹਨਾਂ 'ਚੋਂ ਕੋਈ ਵੀ ਡਾਕੂਮੈਂਟ ਔਨ ਦ ਡੇ ਆਫ ਪੋਲ ਲਿਜਾ ਕੇ ਜਿਹੜਾ ਆਪਣਾ ਦਿਖਾ ਸਕਦੇ ਹੋ ਐਂਡ ਯੂ ਕੈਨ ਬੇਸਿਕਲੀ ਵੈਰੀਫਾਈ ਔਰ ਆਈਡੈਂਟੀਫਾਈ ਗਿਵ ਯੂਰ ਆਈਡੈਂਟੀਟੀ। ਆਈ ਜਸਟ ਰੀਡ ਆਊਟ ਜਿਹੜੇ ਨੇ। ਆਧਾਰ ਕਾਰਡ ਅੱਜ ਕੋਲ ਸਾਰਿਆਂ ਕੋਲ ਹੈ। ਆਧਾਰ ਕਾਰਡ, ਨਰੇਗਾ ਕਾਰਡ, ਤੁਹਾਡੀ ਬੈਂਕ ਜਾਂ ਪੋਸਟ ਆਫਿਸ ਦੀ ਜਿਹੜੀ ਪਾਸਬੁੱਕ ਹੈ ਦੈਟ ਇਜ਼ ਆਲਸੋ ਵੈਲਿਡ। ਸਮਾਰਟ ਕਾਰਡ ਇਸ਼ੂ ਕੀਤੇ ਹੋਏ ਨੇ ਸਾਡੇ ਹੈਲਥ ਸੈਕਟਰ ਸਕੀਮਸ ਦੇ ਤਹਿਤ, ਪਲੱਸ ਜਿਹੜੀ ਸਾਡੀ ਲੇਬਰ ਡਿਪਾਰਟਮੈਂਟ ਦੀ ਸਕੀਮਸ ਹੈਗੀਆਂ ਨੇ, ਜਿੱਦਾਂ ਸਾਡੇ ਕੋਲ ਬੋਰਡ ਆਫ ਕੰਸਟਰਕਸ਼ਨ ਵਰਕਰ ਨੇ ਸਮਾਰਟ ਕਾਰਡ ਇਸ਼ੂ ਕੀਤੇ ਹੋਏ ਨੇ। ਡਰਾਈਵਿੰਗ ਲਾਇਸੈਂਸ ਇਜ਼ ਦੇਅਰ, ਪੈਨ ਕਾਰਡ, ਇੰਡੀਅਨ ਪਾਸਪੋਰਟ ਹੈਗਾ ਤੁਹਾਡੇ ਕੋਲ। ਦੈਨ ਪੈਨਸ਼ਨ ਡਾਕੂਮੈਂਟਸ ਹੈਗੇ ਆ। ਜੇ ਤੁਹਾਡੇ ਕੋਲ PPO ਵਗੈਰਾ ਤੁਹਾਡਾ ਹੈ ਦੈਟ ਇਜ਼ ਆਲਸੋ ਅ ਵੈਲਿਡ ਡਾਕੂਮੈਂਟ। ਕਿਸੇ ਵੀ ਤਰ੍ਹਾਂ ਦਾ ਕੋਈ ਸਰਵਿਸ ਆਈਡੈਂਟੀਟੀ ਕਾਰਡ ਇਸ਼ੂ ਕੀਤਾ ਹੋਇਆ ਹੈ, ਚਾਹੇ ਉਹ ਸਟੇਟ ਗਵਰਨਮੈਂਟ ਦਾ ਹੋਵੇ, ਸੈਂਟਰਲ ਗਵਰਨਮੈਂਟ ਦਾ ਹੋਵੇ, PSUs ਦਾ ਕਿਸੇ ਦਾ ਹੋਵੇ, ਅਦਰ ਆਫੀਸ਼ੀਅਲ ਆਈਡੈਂਟੀਟੀ ਕਾਰਡਸ ਜਿਹੜੇ ਇਸ਼ੂ ਕੀਤੇ ਜਾਂਦੇ ਨੇ ਤੁਹਾਡੇ MPs MLAs ਦੇ, ਪਲੱਸ UDID ਕਾਰਡ। ਡਿਸੇਬਲ ਤੁਹਾਨੂੰ ਦੱਸਿਆ ਸੀਗਾ ਕਿ PWDs ਵੋਟਰ ਸਾਡੇ ਕੋਲ ਜਿਹੜੇ ਨੇ 10,526 ਨੇ। ਸੋ ਉਹਨਾਂ ਉਹ ਆਪਣੇ UDID ਜਿਹੜੇ ਕਾਰਡ ਹੈ ਉਹਨਾਂ ਨੂੰ ਜਾਰੀ ਕੀਤੇ ਹੋਏ ਨੇ ਅਸੀਂ, ਉਹ ਵੀ ਉੱਥੇ ਲਿਜਾ ਕੇ ਆ ਸਕਦੇ ਨੇ। ਅਤੇ ਸਪੈਸ਼ਲ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਦੈਟ ਇਜ਼ ਔਨ ਆਰਮਸ ਲਾਇਸੈਂਸਿਸ ਐਜ਼ ਵੈਲ ਐਜ਼ ਔਨ ਆਈਡੈਂਟੀਫਾਈਂਗ ਕਿ ਜਿਹੜੇ ਸਾਡੇ ਕੋਈ NBWs ਹੈ ਜਾਂ ਫਿਰ ਕੋਈ ਪ੍ਰੋਕਲੇਮਡ ਅਫੈਂਡਰਸ ਹੈ ਉਹਨਾਂ ਦੇ ਉੱਤੇ ਸਾਡਾ ਬੜਾ ਫੋਕਸ ਰਹੂਗਾ। ਐਂਡ ਐਜ਼ ਐਂਡ ਵੈਨ ਇਫ ਕੋਵਿਡ ਸੀਕਸ ਸਪੀਕ ਔਰ ਕੁਛ ਇੱਦਾਂ ਦਾ ਆਉਂਦਾ ਤਾਂ ਕੋਵਿਡ ਰਿਲੇਟਡ ਜਿਹੜੀ ਗਾਈਡਲਾਈਨਸ ਮਿਨਿਸਟਰੀ ਆਫ ਹੈਲਥ ਵੱਲੋਂ ਜੇ ਜਾਰੀ ਕੀਤੀਆਂ ਗਈਆਂ ਨੇ ਵਿਲ ਬੀ ਇੰਪਲੀਮੈਂਟਿੰਗ ਦੈਟ, ਬਾਇਓ ਵੇਸਟ ਮੈਨੇਜਮੈਂਟ ਐਂਡ ਐਵਰੀਥਿੰਗ। ਨਾਓ ਆਈ ਵੁੱਡ ਹੈਂਡ ਇਟ ਓਵਰ ਟੂ CP ਸਾਹਿਬ। ਆਪਣੀ ਜਿਹੜੀ ਪੁਲਿਸ ਦੇ ਅਰੇਂਜਮੈਂਟ ਤੇ ਪੁਲਿਸ ਦੀ ਬਰੀਫਿੰਗ ਹੈ ਉਹ ਥੈਂਕ ਯੂ ਜਸਪ੍ਰੀਤ। ਸਾਡਾ ਜਿਹੜਾ ਬਾਰਡਰ ਦੀ ਸਿਚੁਏਸ਼ਨ ਹੈ ਉਸ को ਮੇਨਟੇਨ ਕਰਨਾ, ਉਹਦੇ ਵਾਸਤੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਡਾ ਪ੍ਰੋਪਰ ਤਾਲਮੇਲ ਹੈਗਾ। ਐਂਡ ਜਿਹੜੀ ਸਾਡੀ SST ਦੀ FST ਟੀਮਾਂ ਹੈਗੀਆਂ ਜਿਹਦੀ ਸਿਕਿਉਰਿਟੀ ਕੰਪੋਨੈਂਟ ਹੈ ਉਹ ਅਸੀਂ ਪ੍ਰੋਪਰ ਪ੍ਰੋਵਾਈਡ ਕਰਵਾ ਰਹੇ ਹਾਂ। ਤਾਂ ਉਸ ਤੋਂ ਇਲਾਵਾ ਟਾਈਮ ਟੂ ਟਾਈਮ ਜਿਹੜੀ ਇਲੀਸਿਟ ਲੀਕਰ ਦੀ ਗੱਲ DC ਸਾਹਿਬ ਨੇ ਕਹੀ ਹੈ ਉਹਦੇ ਉੱਪਰ ਸਾਡਾ ਫੋਕਸ ਹੈਗਾ। ਉਸ ਤੋਂ ਇਲਾਵਾ ਜਿਹੜੇ ਸਾਡੇ ਵਲਨੇਬਲ ਪੁਆਇੰਟ ਹੈਗੇ, ਜਿਹੜੇ ਸੈਂਸਿਟਿਵ ਅਤੇ ਹਾਈਪਰ ਸੈਂਸਿਟਿਵ ਜੋ ਸਾਡੇ ਬੂਥ ਹੈਗੇ ਉਹਨੂੰ ਅਸੀਂ ਪ੍ਰੋਪਰ ਕਵਰ ਕਰਾਂਗੇ। ਔਰ ਸਾਡਾ ਜਿਹੜਾ ਮੇਨ ਮਕਸਦ ਹੈਗਾ ਜਿਹੜਾ ਇਲੈਕਸ਼ਨ ਕੋ ਬਿਲਕੁਲ ਪੀਸਫੁਲੀ ਅਤੇ ਲੋ ਐਂਡ ਆਰਡਰ ਕੋ ਮੇਨਟੇਨ ਕਰਨਾ। ਥੈਂਕ ਯੂ ਸੋ ਮਚ। ਥੈਂਕ ਯੂ ਰਪਨਾ ਜੀ। ਕਿਉਂਕਿ ਕਮਿਸ਼ਨਰੇਟ ਕੋਲ ਵੀ ਆਰਮਸ ਲਾਇਸੈਂਸ ਦਾ ਹੈ, ਦੈਨ ਰੂਰਲ ਏਰੀਆਜ਼ ਦੇ ਵਿੱਚ ਵੀ ਸਾਡੇ ਕੋਲ ਹੈਗਾ। ਸੋ ਡਿਫਰੈਂਟ ਪੁਲਿੰਗ ਸਟੇਸ਼ਨ ਵਾਈਜ਼ ਜਿਹੜੇ ਨੇ ਡਿਪੋਜ਼ਿਟ ਹੋਣੇ ਮੰਡੇ ਆਨਵਰਡ ਸ਼ੁਰੂ ਹੋ ਜਾਣਗੇ। ਐਗਜ਼ੈਂਪਸ਼ਨ ਦੇ ਉੱਤੇ ਹੀ ਜਨਰਲੀ ਸਾਡੀ ਕੁਐਰੀਜ਼ ਆ ਰਹੀਆਂ ਨੇ। ਐਗਜ਼ੈਂਪਸ਼ਨ ਬੜੀ ਹੀ ਲਿਮਿਟਡ ਲੋਕਾਂ ਨੂੰ ਉਹਨਾਂ ਦੇ ਥ੍ਰੈਟ ਪਰਸੈਪਸ਼ਨ ਦੇ ਬੇਸਿਸ ਦੇ ਉੱਤੇ ਹੀ ਹੋਊਗੀ। ਅਦਰਵਾਈਜ਼ ਜਿਹੜਾ ਬਲੈਂਕੇਟ ਐਗਜ਼ੈਂਪਸ਼ਨ ਅਸੀਂ ਦਿੱਤੀ ਹੋਈ ਹੈ ਉਹ ਸਿਰਫ ਔਰ ਸਿਰਫ ਸਿਕਿਉਰਿਟੀ ਪਰਸਨਲ ਐਜ਼ ਵੈਲ ਐਜ਼ ਜਿਹੜੇ ਕਿਤੇ ਬੈਂਕ ਦੇ ਵਿੱਚ ਕੈਸ਼ ਵਗੈਰਾ ਨਾਲ ਡੀਲ ਕਰਦੇ ਆ ਉਹਨਾਂ ਨੂੰ ਸਿਕਿਉਰਿਟੀ ਗਾਰਡ ਬੇਸਿਕਲੀ। ਸੈਂਸਿਟੀਵਿਟੀ ਜੀ ਤੁਹਾਨੂੰ ਦੱਸਿਆ ਸੀ ਵਨਰੇਬਿਲਿਟੀ ਮੈਪਿੰਗ ਜਿਹੜੀ ਹੈ ਉਹ ਸਟਾਰਟ ਕੀਤੀ ਹੋਈ ਹੈ। ਸੋ ਪੁਲਿਸ ਵੱਲੋਂ ਜਦੋਂ ਆਉਂਦੀ ਹੈ, ਪਲੱਸ ਉਸ ਤੋਂ ਬਾਅਦ ਸਾਡੇ ਜਿਹੜੇ ਨਵੇਂ AROs ਜੁਆਇਨ ਕੀਤੇ ਨੇ ਉਹਨਾਂ ਵੱਲੋਂ ਆਉਂਦੀ, ਉਸ ਤੋਂ ਬਾਅਦ ਅਸੀਂ ਸੈਂਸਿਟੀਵਿਟੀ ਦਾ ਇੱਕ ਐਨਾਲਿਸਿਸ ਕਰਕੇ ਵਿਲ ਸ਼ੇਅਰ ਦ ਬਰੀਫ। ਜੋ ਥੋੜੀ ਬਹੁਤ ਲਾਅ ਐਂਡ ਆਰਡਰ ਸਿਚੁਏਸ਼ਨ ਬਣੀ ਹੈ ਫਾਲੋ ਫੇਸ ਕਰਨ ਲਈ ਆਈ ਥਿੰਕ ਮੋਰ ਰੈਲੇਵੈਂਟ ਹੋ ਕਾਫੀ ਤੁਹਾਡੇ ਆਫਿਸਰਸ ਡਿਪਲੋਇਡ ਹੈ। ਇਨ ਦ ਮੀਨ ਟਾਈਮ ਇਲੈਕਸ਼ਨਸ ਵੀ ਆ ਗਈ ਸੋ ਨਹੀਂ ਇਹੋ ਜੀ ਮੈਮ ਕੋਈ ਦਿੱਕਤ ਨਹੀਂ ਹੈਗੀ। ਸਾਡੇ ਕੋਲ ਸਫੀਸ਼ੀਐਂਟ ਆਫਿਸਰ ਹੈਗੇ
ਤੇ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਅਸੀਂ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਉਹ ਮੇਨਟੇਨ ਹੀ ਰਹੂਗਾ। ਸਰ ਅਕਸਰ ਜਦੋਂ ਵੋਟਿੰਗ ਦੇ ਵਿੱਚ ਦੇਖਿਆ ਗਿਆ ਜਿਹੜੇ ਬੂਥ ਹੁੰਦੇ ਉਹਦੇ ਬਾਹਰ ਕਾਫੀ ਲੜਾਈ ਝਗੜੇ ਹੋ ਜਾਂਦੇ ਉਸ ਦੌਰਾਨ ਗੋਲੀਬਾਰੀ ਵੀ ਹੋ ਜਾਂਦੀ ਹੈ। ਨਹੀਂ ਅਸੀਂ ਹਰ ਸਿਚੁਏਸ਼ਨ ਨੂੰ ਟੈਕਲ ਕਰਨ ਵਾਸਤੇ ਸਾਡੀ ਪੁਲਿਸ ਜਿਹੜੀ ਹੈਗੀ ਹੈ ਉਹ ਬਿਲਕੁਲ ਰੈਡੀ ਹੈਗੀ ਹੈ ਐਂਡ ਅਸੀਂ ਜਿੰਨੇ ਵੀ ਟਰਬਲ ਮੇਕਰ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰੇ ਪਹਿਲਾਂ ਤੋਂ ਹੀ ਅਸੀਂ ਉਹਨਾਂ ਤੇ ਜਿੰਨਾ ਵੀ ਹੋਗਾ ਪ੍ਰੀਵੈਂਟਿਵ ਐਕਸ਼ਨ ਲੈਣ ਦੀ ਲੋੜ ਹੈ ਪ੍ਰੀਵੈਂਟਿਵ ਐਕਸ਼ਨ ਦੇਵਾਂਗੇ ਔਰ ਵੀ ਕੋਈ ਕਾਨੂੰਨੀ ਕੋਈ ਕਾਰਵਾਈ ਕਰਨ ਦੀ ਲੋੜ ਹੈ ਉਹ ਕਰਾਂਗੇ ਬਟ ਵੀ ਵਿਲ ਐਨਸ਼ੋਰ ਕਿ ਇਲੈਕਸ਼ਨ ਬਿਲਕੁਲ ਪੀਸਫੁਲੀ ਹੋਣ। ਤੇ ਕੈਮਰਾਸ ਕਵਰ ਕਿੰਨੇ ਬੂਥ ਹੋ ਗਏ ਆਫ ਦ ਟੋਟਲ? ਦੇਖੋ ਵੈਬਕਾਸਟਿੰਗ ਜਿਹੜੀ ਆ ਉਹ ਟੋਟਲ 100% ਵੈਬਕਾਸਟਿੰਗ ਹੋਊਗੀ। ਸਾਡੇ ਕੋਲ 1972 ਬੂਥ ਹੈ 1972 ਬੂਥ ਦੇ ਉੱਤੇ ਹੀ ਵੈਬਕਾਸਟਿੰਗ ਹੋਊਗੀ। ਵੈਬਕਾਸਟਿੰਗ ਪਬਲਿਕ ਡੋਮੇਨ ਦੇ ਵਿੱਚ ਹੁੰਦੀ ਹੈ, ਐਨੀਵਨ ਕੈਨ ਬੇਸਿਕਲੀ ਗੋ ਐਂਡ ਸੀ। ਉਸ ਤੋਂ ਇਲਾਵਾ ਸਾਡਾ ਕੰਟਰੋਲ ਰੂਮ ਹੋਊਗਾ ਔਨ ਦਾ ਡੇ ਆਫ ਪੋਲ ਜਿੱਥੋਂ ਅਸੀਂ ਟੋਟਲ 1972 ਪੋਲਿੰਗ ਸਟੇਸ਼ਨ ਆ ਉਹਨੂੰ ਅਸੀਂ ਮੋਨੀਟਰ ਕਰਾਂਗੇ। ਕੋਈ ਸ਼ੈਡੋ ਏਰੀਆ ਸਾਡੇ ਜ਼ਿਲ੍ਹੇ 'ਚ ਹੈ ਨਹੀਂ ਬਟ ਫਿਰ ਵੀ ਅਸੀਂ ਦੇਖ ਰਹੇ ਹਾਂ ਕਿ ਜੇ ਕੋਈ ਇੱਦਾਂ ਦਾ ਫਾਰ ਫਲੰਗ ਬੂਥ ਹੈ ਜਿੱਥੇ ਇੰਟਰਨੈਟ ਦੀ ਕਨੈਕਟੀਵਿਟੀ ਦਾ ਇਸ਼ੂ ਹੈਗਾ ਉਹਨੂੰ ਅਸੀਂ ਆਗਮੈਂਟ ਕਰ ਰਹੇ ਹਾਂ ਬੇਸਿਕਲੀ। ਤੇ ਪਬਲਿਕ ਪ੍ਰੋਪਰਟੀ ਪਬਲਿਕ ਪ੍ਰਾਪਰਟੀ ਡਿਫੇਸਮੈਂਟ ਦੇ ਉੱਤੇ ਵੀ 24 ਆਵਰਸ ਦੇ ਵਿੱਚ ਅਸੀਂ ਬਹੁਤ ਸਾਰੇ ਬੋਰਡਸ ਬੈਨਰਸ ਵਗੈਰਾ ਉਤਾਰੇ ਨੇ। ਸੋ 48 ਆਵਰਸ ਦਾ ਹੁਣ ਜਿਹੜਾ ਦੂਜਾ ਸਾਡਾ ਟਾਈਮ ਹੈ ਉਹ ਸ਼ੁਰੂ ਹੋਇਆ ਹੈ। ਸੋ ਵੀ ਹੈਵ ਬੇਸਿਕਲੀ ਮੇਡ 2 ਨੋਡਲ ਆਫਿਸਰਸ ਕਮਿਸ਼ਨਰ ਕਾਰਪੋਰੇਸ਼ਨ ਫॉर द ਸਿਟੀ ਏਰੀਆ ਐਂਡ ਆਰ ਡਿਸਟ੍ਰਿਕਟ ਡਿਵੈਲਪਮੈਂਟ ਆਫਿਸਰ ਫॉर द ਰੂਰਲ ਏਰੀਆਜ਼। ਰੂਰਲ ਏਰੀਆਜ਼ ਦੇ ਵਿੱਚ ਰਿਮੂਵਲ ਹੋ ਰਹੀ ਹੈ, ਸਿਟੀ ਏਰੀਆ ਦੇ ਵਿੱਚ ਕਮਿਸ਼ਨਰ ਕਾਰਪੋਰੇਸ਼ਨ ਇਜ਼ ਔਨ ਦ ਜੌਬ। ਸੋ ਹੀ ਇਜ਼ ਇੰਸ਼ੋਰਿੰਗ ਕਿ ਜਿੰਨੀ ਵੀ ਸਾਡੀ ਪਬਲਿਕ ਪ੍ਰੋਪਰਟੀ ਡਿਫੇਸਮੈਂਟ ਹੈਗੀ ਹੈ ਅਦਰ ਦੈਨ ਦ ਜਨਰਲ ਪੋਲੀਟੀਕਲ ਕੈਂਪੇਨਿੰਗ ਸੌਰਟ ਆਫ ਬੋਰਡਸ ਉਸ ਤੋਂ ਇਲਾਵਾ ਕੋਈ ਜਨਰਲ ਵੀ ਹੈ ਉਹਨੂੰ ਵੀ ਅਸੀਂ ਉਤਾਰੀਏ। ਹਜੇ ਉਹਦਾ ਸਾਡੇ ਕੋਲੇ ਆਉਣ ਦਾ ਕੰਪੋਨੈਂਟ ਹਜੇ ਸਾਡੇ ਕੋਲੇ 2 ਕੰਪਨੀਆਂ ਹੈਗੀਆਂ ਬਟ ਫਾਈਨਲੀ ਹਜੇ ਆਉਣਾ ਬਾਕੀ ਹੈ ਤਾਂ ਉਸ ਤੋਂ ਬਾਅਦ ਹੀ ਅਸੀਂ ਕੁਝ ਨਹੀਂ ਹਜੇ ਕੋਈ ਆਈਡੀਆ ਨਹੀਂ ਹੈਗਾ ਬਟ ਇਹ ਕਿ ਐਜ਼ ਪਰ ਜੋ ਨੋਰਮਸ ਹੈਗਾ ਨਾ ਐਜ਼ ਪਰ ਜੋ ਨੋਰਮਸ ਹੈਗਾ ਜੋ ਕ੍ਰਿਟੀਕਲ ਨੋਨ ਕ੍ਰਿਟੀਕਲ ਹੈਗਾ ਉਹਦੇ ਹਿਸਾਬ ਨਾਲ ਅਸੀਂ ਡਿਮਾਂਡ ਅਸੀਂ ਭੇਜਣੀ ਹੈਗੀ ਐਂਡ ਉਹਦੇ ਹਿਸਾਬ ਨਾਲ ਸਾਨੂੰ ਮਿਲ ਜਾਣੀ। ਪੰਜਾਬ ਪੁਲਿਸ ਟ੍ਰੇਨਿੰਗ ਦੇ ਜਵਾਨ ਉਹ ਜਿਹੜਾ ਕੋਈ ਵੀ ਜਿਹੜਾ ਬੂਥ ਹੁੰਦਾ ਨਾ ਪੋਲਿੰਗ ਸਟੇਸ਼ਨ ਹੁੰਦਾ ਉਹਦਾ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਤਰਫ ਸੇ ਇੱਕ ਨੋਰਮਸ ਹੁੰਦਾ ਹੈ ਉਹ ਨੋਰਮਸ ਦੇ ਮੁਤਾबिक ਹੀ ਲੱਗਣਗੀਆਂ ਸਾਰੀ ਦੀ ਸਾਰੀ। ਤੇ ਜੇ ਕੋਈ ਮੋਡਲ ਕੋਡ ਆਫ ਕੰਡਕਟ ਇਲੈਕਸ਼ਨ ਦਾ ਆਉਂਦਾ ਤਾਂ ਕਿੰਨੇ ਟਾਈਮ ਦੇ ਵਿੱਚ ਸੋਲਵ ਹੋਊਗਾ? ਦੇਖੋ ਸੀ ਵਿਜਿਲ ਦੇ ਉੱਤੇ ਜਿੱਦਾਂ ਕੋਈ ਕੰਪਲੇਂਟ ਸਾਨੂੰ ਆਉਂਦੀ ਹੈ ਸੋ ਯਾ 30 ਮਿੰਟਸ ਦੇ ਵਿੱਚ ਅਸੀਂ ਉਹਨੂੰ ਰਿਜ਼ੋਲਵ ਕਰਦੇ ਹਾਂ ਵਿਦਿਨ 30 ਮਿੰਟਸ ਜੀ। ਤੇ ਉਸ ਤੋਂ ਇਲਾਵਾ ਜੇ ਕੋਈ ਆਉਂਦੀ ਹੈ ਕੋਈ ਸੀਰੀਅਸ ਲੈਪਸ ਹੈਗਾ ਦੈਨ ਵੀ ਗੋ ਫॉर ਇਨਕੁਆਇਰੀ ਐਂਡ ਵੀਲ ਇਨਸ਼ੋਰ ਐਕਸ਼ਨ ਇਜ਼ ਟੇਕਨ। ਕੋਈ ਐਮਸੀਸੀ ਦੀ ਵਾਇਓਲੇਸ਼ਨ ਹੋਊਗੀ ਵੀਲ ਗੋ ਫॉर ਐਨ ਐਫਆਈਆਰ। But how long will that procedure? That depends upon the kind of complaint. If it is a very serious complaint and we need to go for further investigation, we'll investigate and get It's the not time bound. time barred in terms of for CVGL and everything else 30 minutes we try to resolve. Sorry ਕੀ ਕਹਿ ਰਹੇ ਹੋ ਜੀ? Unaccounted carry ਕਰਨਾ। ਅਨਅਕਾਊਂਟਡ ਕੈਸ਼ ਸਵੇਰੇ ਸਾਡੀ ਜੀ ਜਿੰਨੇ ਬੈਂਕਸ ਨੇ ਉਹਨਾਂ ਨਾਲ ਵੀ ਮੀਟਿੰਗ ਹੋਈ ਸੀਗੀ। ਸੋ ਐਨੀ ਸੌਰਟ ਆਫ ਬੈਂਕ ਟ੍ਰਾਂਜੈਕਸ਼ਨ ਵਿਚ ਇਜ਼ ਸੌਰਟ ਆਫ ਅਪੀਅਰਸ ਟੂ ਬੀ ਫ੍ਰਿਵਲਸ ਟੂ ਅਸ ਉਹਦੇ ਦੇ ਉੱਤੇ ਸਾਡੀ ਪਲੱਸ ਇਨਕਮ ਟੈਕਸ ਡਿਪਾਰਟਮੈਂਟ ਦੀ ਨਿਗਾਹ ਰਹੂਗੀ। ਉਸ ਤੋਂ ਇਲਾਵਾ 50,000 ਇਜ਼ ਦ ਲਿਮਿਟ। 50,000 ਦੇ ਉੱਤੋਂ ਤੁਸੀਂ ਕੋਈ ਵੀ ਅਨਅਕਾਊਂਟਡ ਜਿਹੜਾ ਕੈਸ਼ ਹੈ ਨਹੀਂ ਕੈਰੀ ਕਰ ਸਕਦੇ।